ਆਵ ਸਿੱਖ ਧਰਮ ਦੇ ਜਨਮਦਾਤਾ, ਸਿੱਖ ਧਰਮ ਦੇ ਮੁੱਢ, ਸਾਹਿਬੇ ਕਮਾਲ, ਸ਼ਹਿਨਸ਼ਾਹ ਆਲਮ, ਨਵੀਂ ਵਿਚਾਰਧਾਰਾ ਨੂੰ ਜਨਮ ਦੇਣ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਮੁਬਾਰਕ ਉਪਦੇਸ਼ ਹੈ। ਤੋ ਸਤਿਗੁਰਾਂ ਨੇ ਇਸ ਪਾਵਨ ਹੁਕਮ ਦੇ ਰਹਾਉ ਵਾਲੇ ਬੰਦ ਅੰਦਰ ਜੋ ਰਹਿਮਤਾਂ ਸਾਡੀ ਝੋਲੀ ਵਿੱਚ ਪਾਈਆਂ ਨੇ, ਆਓ ਮਨੋਬਿਰਤੀਆਂ ਕਰੀਏ ਇਕਾਗਰ, ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ। ਗੁਰ ਉਪਦੇਸ਼ ਨੂੰ ਗੁਰੂ ਰਹਿਮਤ ਸਦਕਾ ਵਿਚਾਰੀਏ, ਸਮਝੀਏ, ਜੀਵਨ ਵਿੱਚ ਲਾਗੂ ਕਰੀਏ। ਜੇ ਐਸਾ ਨਾਮ ਨਿਰੰਜਨ ਦਿਓ, ਪਾਤਸ਼ਾਹ ਜੀ ਕਹਿ ਰਹੇ ਨੇ, ਇਹ ਦੁਨੀਆ ਦੇ ਲੋਗੋ ਗੁਰੂ ਕੇ ਚਰਨਾਂ ਵਿੱਚ ਆਉਂਗੇ, ਕਿਉਂਕਿ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਨ ਸੋਇਨ ਚੌਬਾਰੇ। ਸਾਹਿਬ ਜੀ ਕਹਿ ਰਹੇ ਹਨ, ਜਿਸ ਜਗ੍ਹਾ ਵੀ ਰੱਬ ਜੀ ਦਾ ਨਾਮ ਜਪਿਆ ਜਾਂਦਾ ਹੈ ਗੁਰੂ ਹਾਜ਼ਰ ਹੈ, ਪਰ ਭਾਗਾਂ ਵਾਲਿਓ ਜਪਣ ਵਾਲੇ ਦੇ ਅੰਦਰ ਭਾਵਨਾ ਹੋਣੀ ਜ਼ਰੂਰੀ ਹੈ। ਤੇ ਸਤਿਗੁਰੂ ਜੀ ਕਹਿ ਰਹੇ ਨੇ, ਐਸਾ ਨਾਮ ਨਿਰੰਜਨ ਦਿਓ। ਗੁਰੂ ਨੇ ਐਸੀ ਰਹਿਮਤ ਕਰ ਦਿੱਤੀ, ਐਸਾ ਨਾਮ ਸਿਫਤੋ ਸਲਾਹ ਵਾਲਾ ਦੇ ਦਿੱਤਾ। ਨਿਰੰਜਨ, ਨਿਰ ਤੋਂ ਭਾਵ ਉਹ ਨਿਰਲੇਪ ਹੈ, ਅੰਜਨ ਤੋਂ ਭਾਵ ਐਸਾ ਸੁਰਮਾ ਹੈ, ਕਿਉਂਕਿ ਅਸੀਂ ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਪੜ੍ਹਦੇ ਹਾਂ, ਗਿਆਨ ਅੰਜਨ ਗੁਰ ਦੀਆ। ਹੇ ਸਤਿਗੁਰੂ ਜੀ, ਤੂੰ ਐਸਾ ਸੁਰਮਾ ਮੈਨੂੰ ਬਾਣੀ ਵਾਲਾ ਦੇ ਦਿੱਤਾ, ਮੈਂ ਉਸ ਗਿਆਨ ਦੇ ਸੁਰਮੇ ਨੂੰ ਆਪਣੀਆਂ ਅੱਖਾਂ ਦੇ ਵਿੱਚ ਪਾਇਆ ਤੇ ਮੈਂ ਸੰਸਾਰ ਦੇ ਵਿੱਚੋਂ, ਸੰਸਾਰ ਸਮੁੰਦਰ ਦੀ ਕਾਈ ਦੂਰ ਹੋ ਗਈ, ਸੰਸਾਰਕ ਜੋ ਪਰਦਾ ਸੀ ਉਹ ਦੂਰ ਹੋ ਗਿਆ, ਵਿਕਾਰ ਦੂਰ ਹੋ ਗਏ ਤੇ ਸਤਿਗੁਰੂ ਜੀ ਸੰਸਾਰ ਦੇ ਵਿੱਚ ਕੂੜ ਦੀ ਕੰਧ ਖਤਮ ਹੋ ਗਈ। ਮੈਨੂੰ ਹੁਣ ਸਮਝ ਆ ਗਈ ਹੈ, ਮੈਨੂੰ ਗਿਆਨ ਆ ਗਿਆ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ, ਅਗਿਆਨਤਾ ਖਤਮ ਹੋ ਗਈ ਤੇ ਸਾਹਿਬ ਜੀ ਕਹਿ ਰਹੇ ਹਨ, ਗੁਰੂ ਨੇ ਪ੍ਰਕਾਸ਼ ਗਿਆਨ ਦਾ ਕਰ ਦਿੱਤਾ, ਕਿਉਂਕਿ ਸਮਝ ਆ ਗਈ ਜੋ ਇਸ ਮਨੁੱਖ ਦੇ ਅੱਖਾਂ ਦੇ ਸਾਹਮਣੇ ਵਿਕਾਰਾਂ ਦੀ ਕੰਧ ਸੀ ਉਹ ਵੀ ਖਤਮ ਹੋ ਗਈ, ਕੂੜ ਦੀ ਕਾਈ ਉਹ ਵੀ ਖਤਮ ਹੋ ਗਈ। ਤੇ ਪਾਤਸ਼ਾਹ ਜੀ ਕਹਿ ਰਹੇ ਨੇ, ਇਸ ਲਈ ਇਹ ਬੰਦੇ ਐਸਾ ਨਾਮ ਗੁਰੂ ਕਾ ਨਾਮ ਸਿਫਤੋ ਸਲਾਹ ਹੈ, ਗੁਰੂ ਕਾ ਨਾਮ ਰੱਬ ਜੀ ਦੀ ਇਬਾਦਤ ਹੈ। ਨਿਰੰਜਨ ਦਿਓ, ਨਿਰ ਤੋਂ ਭਾਵ ਨਿਰਲੇਪ, ਅੰਜਨ ਤੋਂ ਭਾਵ ਐਸਾ ਸੁਰਮਾ ਹੈ ਜਿਸ ਨੇ ਇਹ ਗਿਆਨ ਦਾ ਸੁਰਮਾ ਆਪਣੀਆਂ ਅੱਖਾਂ ਦੇ ਵਿੱਚ ਪਾ ਲਿਆ। ਹਉ ਜਾਚਕ ਤੂੰ ਅਲਖ ਅਪਿਓ, ਉਸ ਨੂੰ ਸਮਝ ਆ ਜਾਂਦੀ ਹੈ, ਉਹ ਮੰਗਤਾ ਬਣ ਕੇ ਗੁਰੂ ਕੇ ਚਰਨਾਂ ਵਿੱਚ ਆਉਂਦਾ ਹੈ। ਤੇ ਭਾਗਾਂ ਵਾਲਿਓ, ਆਉਣੇ ਤੇ ਅਸੀਂ ਵੀ ਗੁਰੂ ਕੇ ਚਰਨਾਂ ਵਿੱਚ ਹਾਂ, ਪਰ ਗੁਰੂ ਕੀ ਬਾਣੀ ਦਾ ਅਸਰ ਸਾਡੇ ਤੇ ਨਾ ਹੋਇਆ। ਤੇ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ, ਫਿਰ ਇਸ ਤਰ੍ਹਾਂ ਭਾਵੇਂ 100 ਵਾਰ ਗੁਰੂ ਕੇ ਚਰਨਾਂ ਵਿੱਚ ਆਉਂਦਾ ਰਹੇ, ਉਜਲ ਕਹਿਹਾਂ ਝਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ 100 ਧੋਵਾਂ ਤਿਸ। ਇਸ ਲਈ ਸਤਿਗੁਰੂ ਜੀ ਕਹਿ ਰਹੇ ਨੇ, ਮਨੁੱਖ ਦੀ ਉਹ ਆਦਤ ਬਣ ਗਈ, ਇੱਕ ਦੇ ਪਾਸ ਕਹਿਣ ਦਾ ਬਰਤਨ ਹੈ, ਉਸ ਨੇ ਕਹਿਣ ਦੇ ਬਰਤਨ ਦੇ ਵਿੱਚ ਖਾਣਾ ਖਾਧਾ ਤੇ ਭਾਗਾਂ ਵਾਲਿਓ ਬਾਅਦ ਵਿੱਚ ਉਸ ਨੂੰ ਮਾਂਜਿਆ। ਜਦ ਮਾਂਜਿਆ ਤੇ ਉਸ ਦੇ ਵਿੱਚੋਂ ਕਾਲੀ ਕਾਲੀ ਸ਼ਾਹੀ ਚੱਲ ਪਈ। ਕਹਿੰਦੇ ਬਰਤਨ ਪੁਰਾਣੇ ਸਮੇਂ ਦੇ ਵਿੱਚ ਵਰਤੇ ਜਾਂਦੇ ਸਨ। ਸਤਿਗੁਰਾਂ ਨੇ ਉਦਾਹਰਨ ਉਸ ਦੀ ਬੜੀ ਸੋਹਣੀ ਦਿੱਤੀ ਹੈ। ਕਹਿਣ ਲੱਗੇ, ਉਸ ਬਰਤਨ ਦੇ ਵਿੱਚ ਪ੍ਰਸ਼ਾਦਾ ਛਕਿਆ ਤੇ ਬਾਅਦ ਵਿੱਚ ਬਰਤਨ ਨੂੰ ਸਾਫ਼ ਕਰ ਰਿਹਾ ਹੈ, ਉਸ ਬਰਤਨ ਦੇ ਵਿੱਚੋਂ ਕਾਲੀ ਸ਼ਾਹੀ ਚੱਲ ਪਈ। ਜਿਤਨੇ ਵਾਰ ਵੀ ਉਸ ਨੂੰ ਮਾਂਜੇਗਾ ਉਸ ਦੀ ਸ਼ਾਹੀ ਬੰਦ ਨਹੀਂ ਹੋਵੇਗੀ, ਉਸ ਦੀ ਕਾਲਖ ਬੰਦ ਨਹੀਂ ਹੋਵੇਗੀ। ਇਸ ਲਈ ਸਾਹਿਬ ਕਹਿ ਰਹੇ ਹਨ, ਜੇ 100 ਧੋਵਾਂ ਤਿਸ, ਭਾਵੇਂ ਉਸ ਨੂੰ 100 ਵਾਰ ਵੀ ਧੋਂਦਾ ਨਹੀਂ, ਉਸ ਦੀ ਅੰਦਰ ਦੀ ਸ਼ਾਹੀ, ਅੰਦਰ ਦੀ ਕਾਲਖ ਖਤਮ ਨਹੀਂ ਹੋਵੇਗੀ। ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਚੇਤਾ ਰੱਖ, ਜੇ ਭਰੋਸਾ ਗੁਰੂ ਤੇ ਨਹੀਂ ਆਇਆ, ਭਾਵਨਾ ਗੁਰੂ ਕੇ ਚਰਨਾਂ ਵਿੱਚ ਨਾ ਬਣਾਈ, ਜਿਸ ਤਰ੍ਹਾਂ ਆਇਆ ਉਸੇ ਤਰ੍ਹਾਂ ਮੁੜ ਗਿਆ। ਗਿਆਨ ਗੁਰੂ ਤੇ ਨਹੀਂ ਲਿਆ, ਕਿਉਂਕਿ ਗੁਰੂ ਗਿਆਨ ਹੈ, ਗੁਰੂ ਤੋਂ ਸਮਝ ਲੈਣੀ ਹੈ। ਜੇ ਗੁਰੂ ਤੋਂ ਗਿਆਨ ਨਹੀਂ ਲਿਆ ਤੇ ਸਾਹਿਬ ਜੀ ਕਹਿ ਰਹੇ ਹਨ, ਫਿਰ ਚੇਤਾ ਰੱਖੀ, ਸਰੀਰ ਸਫਲ ਹੋ ਸਕਦਾ ਹੈ, ਮਨ ਦੇ ਅੰਦਰ ਉਸੇ ਤਰ੍ਹਾਂ ਕਾਲਖ ਲੱਗੀ ਹੋਈ ਹੈ।
ਸਰੀਰ ਚੱਲ ਕੇ ਗੁਰੂ ਚਰਨਾਂ ਵਿੱਚ ਆਇਆ, ਸਰੀਰ ਨੂੰ ਕੁਝ ਹਿੱਸੇ ਤੱਕ ਸਫਲ ਕਰ ਸਕਦਾ ਹੈ, ਪਰ ਚੇਤਾ ਰੱਖੀ ਬਦਲਾਵ ਮਨ ਦੇ ਵਿੱਚ ਲਿਆਉਣਾ ਹੈ, ਬਦਲਾਵ ਸੋਚ ਦੇ ਵਿੱਚ ਲਿਆਉਣਾ ਹੈ, ਬਦਲਾਵ ਆਪਣੇ ਖਿਆਲਾਂ ਦੇ ਵਿੱਚ ਲਿਆਉਣਾ ਹੈ। ਜਦੋਂ ਖਿਆਲ ਪਵਿੱਤਰ ਹੋ ਗਏ, ਮਨ ਪਵਿੱਤਰ ਹੋ ਗਿਆ, ਖਿਆਲ ਵੀ ਪਵਿੱਤਰ ਹੋ ਜਾਣਗੇ। ਜਦੋਂ ਸੋਚ ਉੱਚੀ ਹੋ ਗਈ, ਸਾਹਿਬ ਜੀ ਕਹਿ ਰਹੇ ਹਨ ਸੰਸਾਰ ਦੇ ਵਿੱਚ ਹਰ ਇੱਕ ਦੀ ਇੱਜ਼ਤ ਕਰੇਗਾ। ਸੋਚ ਉੱਚੀ ਹੋ ਗਈ, ਵਿਚਾਰ ਉੱਚੇ ਹੋ ਜਾਣਗੇ, ਕਿਰਦਾਰ ਉੱਚਾ ਹੋ ਜਾਵੇਗਾ, ਗੁਫ਼ਤਾਰ ਰਫ਼ਤਾਰ ਉੱਚੀ ਹੋ ਜਾਵੇਗੀ। ਤੇ ਸਾਹਿਬ ਜੀ ਕਹਿ ਰਹੇ ਹਨ ਦਸਤਾਰ ਦਾ ਵੀ ਧਾਰਨੀ ਬਣ ਜਾਵੇਗਾ ਜੇ ਗੁਰੂ ਕੇ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਵੇਂ। ਸਾਹਿਬ ਜੀ ਕਹਿ ਰਹੇ ਹਨ ਜਦੋਂ ਸਮਝ ਆ ਗਈ, ਗਿਆਨ ਦਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ, ਤੇ ਫਿਰ ਗੁਰੂ ਕੇ ਚਰਨਾਂ ਵਿੱਚ ਮੰਗਤਾ ਬਣ ਕੇ ਆਉਂਦਾ ਹੈ। ਮੰਗਦਾ ਕੀ ਹੈ? ਕੇਵਲ ਨਾਮ ਦੀ ਦਾਤ। ਕਿਉਂਕਿ ਭਾਗਾਂ ਵਾਲਿਓ ਅਸੀਂ ਛੋਟੀਆਂ ਛੋਟੀਆਂ ਦਾਤਾਂ ਗੁਰੂ ਤੋਂ ਮੰਗਦੇ ਹਾਂ। ਮੈਨੂੰ ਘਰ ਦੇ ਦੇਵੀਂ, ਮੈਨੂੰ ਗੱਡੀ ਦੇਵੀਂ, ਮੈਨੂੰ ਆਹ ਦੇਵੀਂ, ਮੈਨੂੰ ਆਹ ਦੇਵੀਂ, ਤੇ ਗੁਰੂ ਦੇ ਨਾਲ ਸੌਦੇਬਾਜ਼ੀਆਂ ਵੀ ਕਰਦੇ ਹਾਂ। ਤੂੰ ਮੇਰਾ ਆਹ ਕੰਮ ਕਰ ਦਿੱਤਾ, ਮੈਂ ਤੇਰਾ ਅਖੰਡ ਪਾਠ ਕਰਾਵਾਂਗਾ। ਤੇ ਭਾਗਾਂ ਵਾਲਿਓ ਗੁਰੂ ਨੂੰ ਅਖੰਡ ਪਾਠਾਂ ਦੀ ਲੋੜ ਨਹੀਂ, ਸਾਨੂੰ ਹੈ, ਕਿਉਂਕਿ ਗੁਰੂ ਆਪ ਬਾਣੀ ਹੈ। ਸਾਨੂੰ ਪਾਠਾਂ ਦੀ ਲੋੜ ਹੈ ਕਿਉਂਕਿ ਗੁਰੂ ਦੀ ਬਾਣੀ ਅਸੀਂ ਆਪਣੇ ਘਰ ਕਰਵਾਵਾਂਗੇ। ਸਤਿਗੁਰਾਂ ਦੀ ਬਾਣੀ ਨੂੰ ਬੈਠ ਕੇ ਸਾਰਾ ਪਰਿਵਾਰ ਸੁਣੇਗਾ, ਸਾਡਾ ਜੀਵਨ ਦੇ ਅੰਦਰ ਬਦਲਾਵ ਆਉਣਾ ਹੈ। ਤੇ ਅਸੀਂ ਗੁਰਮੁਖੋ ਗੁਰੂ ਦੇ ਨਾਲ ਸੌਦੇ ਮਾਰਦੇ ਹਾਂ, ਤੂੰ ਮੇਰਾ ਆਹ ਕੰਮ ਕਰ ਦਿੱਤਾ, ਮੈਂ ਤੇਰਾ ਅਖੰਡ ਪਾਠ ਕਰਵਾਵਾਂਗਾ। ਤੇ ਇਸ ਲਈ ਭਾਗਾਂ ਵਾਲਿਓ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਗੁਰੂ ਜੀ ਬਾਣੀ ਦੁਆਰਾ ਸਾਨੂੰ ਕਹਿ ਰਹੇ ਨੇ, ਐ ਬੰਦੇ ਸਮਝ ਲੈਣਾ ਕਰ, ਆਪਣੇ ਮਤ ਅੰਦਰ ਤਬਦੀਲੀ ਲਿਆ, ਗੁਰੂ ਤੋਂ ਗਿਆਨ ਲੈ। ਤੇ ਜਿਸ ਨੇ ਭਾਗਾਂ ਵਾਲਿਓ ਗੁਰੂ ਕੇ ਚਰਨਾਂ ਵਿੱਚ ਆ ਕੇ ਸਿੱਖਿਆ ਲੈ ਲਈ, ਤੇ ਪਾਤਸ਼ਾਹ ਜੀ ਕਹਿ ਰਹੇ ਹਨ ਹਉ ਜਾਚਕ ਤੂੰ ਅਲੱਖ ਅਭਿਓ। ਫਿਰ ਗੁਰੂ ਕੇ ਚਰਨਾਂ ਵਿੱਚ ਮੰਗਤਾ ਬਣ ਕੇ ਆਉਂਦਾ ਹੈ, ਕਿਉਂਕਿ ਗਿਆਨ ਦੇ ਨਾਲ ਤ੍ਰਿਪਤੀ ਆ ਗਈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਆਪਣੀ ਰਸਨਾ ਦੇ ਨਾਲ ਗੁਰੂ ਕੀ ਇਬਾਦਤ ਕੀਤੀ, ਮਨ ਸਫਲ ਹੋ ਗਿਆ, ਤਨ ਸਚਿਆਰਾ ਹੋ ਗਿਆ। ਤੇ ਸਾਹਿਬ ਜੀ ਕਹਿ ਰਹੇ ਹਨ ਸੰਸਾਰ ਦੇ ਵਿੱਚ ਫਿਰ ਕੰਮ ਵੀ ਚੰਗੇ ਕਰਦਾ ਹੈ, ਜਿਨ੍ਹਾਂ ਕੰਮਾਂ ਦੀਆਂ ਲੋਕ ਉਦਾਹਰਨਾਂ ਦਿੰਦੇ ਨੇ। ਗੁਰਮੁਖੋ ਸਰੀਰ ਸੰਸਾਰ ਤੇ ਆਇਆ, ਸਰੀਰ ਜਦੋਂ ਚਲਾ ਗਿਆ ਕਿਸੇ ਨੇ ਯਾਦ ਨਹੀਂ ਕਰਨਾ। ਤੇ ਸਾਹਿਬ ਕਹਿ ਰਹੇ ਹਨ ਤੇਰੇ ਕੰਮ ਚੰਗੇ ਹੋਣਗੇ ਤੇ ਦੁਨੀਆ ਤੈਨੂੰ ਯਾਦ ਕਰੇਗੀ, ਲੋਕ ਤੇਰੀਆਂ ਉਦਾਹਰਨਾਂ ਦੇਣਗੇ। ਉਹ ਇਨਸਾਨ ਬੜਾ ਚੰਗਾ ਸੀ, ਉਹ ਬੜੇ ਕੰਮ ਚੰਗੇ ਕਰਦਾ ਸੀ। ਤੇ ਪਾਤਸ਼ਾਹ ਜੀ ਕਹਿ ਰਹੇ ਨੇ ਜਦੋਂ ਕੰਮ ਚੰਗੇ ਕਰੇਗਾ, ਉਹਨਾਂ ਕੰਮਾਂ ਕਰਕੇ ਦੁਨੀਆ ਦੇ ਵਿੱਚ ਸਦਾ ਹੀ ਜਿਉਂਦਾ ਰਹੇਗਾ। ਸਰੀਰ ਕਰਕੇ ਮਤਾ ਕਿਤੇ ਸੋਚੀ ਮੈਂ ਦੁਨੀਆ ਤੇ ਸਦੀਵ ਹੀ ਰਹਿਣ ਜਾਵਾਂਗਾ। ਸਰੀਰ ਤੇ ਨਾਸਵਾਨ ਹੈ, ਖਤਮ ਹੋ ਜਾਣ ਵਾਲਾ ਹੈ, ਪਰ ਚੇਤਾ ਰੱਖੀ ਚੰਗੇ ਕੰਮਾਂ ਕਰਕੇ ਦੁਨੀਆ ਤੇ ਸਦਾ ਹੀ ਜਿਉਂਦਾ ਰਹੇਗਾ। ਇਸ ਲਈ ਸਤਿਗੁਰੂ ਜੀ ਕਹਿ ਰਹੇ ਨੇ ਰੱਬ ਜੀ ਦਾ ਪਿਆਰਾ ਕੇਵਲ ਗੁਰੂ ਕੀ ਇਬਾਦਤ ਮੰਗਦਾ ਹੈ। ਰੱਬ ਜੀ ਦਾ ਪਿਆਰਾ ਕੇਵਲ ਰੱਬ ਜੀ ਦੇ ਨਾਮ ਨੂੰ ਮੰਗਦਾ ਹੈ। ਹਉ ਜਾਚਕ ਹੇ ਅਕਾਲ ਪੁਰਖ ਜੀ ਮੈਂ ਮੰਗਤਾ ਹਾਂ, ਤੂੰ ਅਲੱਖ ਅਭਿਓ, ਤੂੰ ਰਹਿਮਤਾਂ ਦਾ ਸਾਗਰ ਹੈ, ਤੂੰ ਬਖਸ਼ਾਂ ਦਾ ਦਾਤਾ ਹੈ, ਤੂੰ ਦਿਆਲੂ ਕਿਰਪਾਲੂ ਹੈ। ਐਸੀ ਰਹਿਮਤ ਐਸੀ ਬਖਸ਼ਿਸ਼ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ੋ, ਮੇਰੇ ਅੰਦਰ ਗਿਆਨ ਪੈਦਾ ਕਰੋ। ਤੇ ਗੁਰਮੁਖੋ ਸਤਿਗੁਰਾਂ ਦੀ ਬਾਣੀ ਉਸ ਗਿਆਨ ਨੂੰ ਸਾਡੇ ਅੰਦਰ ਪੈਦਾ ਕਰ ਰਹੀ ਹੈ, ਸਾਨੂੰ ਦੱਸ ਰਹੀ ਹੈ ਕਿਵੇਂ ਗੁਰੂ ਦੇ ਨਾਲ ਸਾਂਝ ਪਾਉਣੀ ਹੈ। ਤੇ ਭਾਗਾਂ ਵਾਲਿਓ ਅਸੀਂ ਘਰਾਂ ਦੇ ਵਿੱਚ ਤਾਂ ਦੁਖੀ ਹਾਂ ਕਿਉਂਕਿ ਸਾਡੇ ਪਾਸ ਗੁਰੂ ਕੀ ਬਾਣੀ ਨਹੀਂ। ਸਤਿਗੁਰਾਂ ਨੇ ਬਾਣੀ ਅੰਦਰ ਸਪਸ਼ਟ ਕਹਿ ਦਿੱਤਾ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਜਿਵੇਂ ਕੋੜ ਦਾ ਰੋਗੀ ਤੜਫਦਾ ਹੈ ਕਿਉਂਕਿ ਸਰੀਰ ਤੇ ਜ਼ਖਮ ਨੇ, ਜਲਨ ਹੁੰਦੀ ਹੈ। ਤੇ ਪਾਤਸ਼ਾਹ ਜੀ ਕਹਿ ਰਹੇ ਹਨ ਸੰਸਾਰ ਦੇ ਵਿੱਚ ਦੁਨੀਆ ਦੇ ਲੋਕ ਇਸ ਤਰ੍ਹਾਂ ਤੜਪ ਰਹੇ ਨੇ, ਕਲਪ ਰਹੇ ਨੇ, ਵਿਲਕ ਰਹੇ ਨੇ, ਕਿਉਂਕਿ ਅੰਦਰ ਅਸ਼ਾਂਤੀ ਹੈ, ਅੰਦਰ ਟਿਕਾਓ ਨਹੀਂ। ਕਿਸੇ ਦਾ ਬੀਪੀ ਬੜਾ ਹਾਈ ਹੋਇਆ, ਕਿਸੇ ਦਾ ਬਲੱਡ ਬੜਾ ਵਧਿਆ, ਕਿਸੇ ਨੂੰ ਗੁੱਸਾ ਬੜਾ ਆਉਂਦਾ ਹੈ। ਤੇ ਭਾਗਾਂ ਵਾਲਿਓ ਇਹ ਗੁਰੂ ਤੋਂ ਦੂਰ ਹੋਣ ਦੀ ਨਿਸ਼ਾਨੀ ਹੈ। ਤੇ ਗੁਰੂ ਤੋਂ ਦੂਰ ਹੋਏ ਤੇ ਪਾਤਸ਼ਾਹ ਜੀ ਬਾਣੀ ਅੰਦਰ ਸਮਝਾ ਰਹੇ ਨੇ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਇਸ ਤਰ੍ਹਾਂ ਤੜਫਦਾ ਹੈ ਜਿਵੇਂ ਕੋੜ ਦਾ ਰੋਗੀ ਤੜਫਦਾ ਹੈ।
ਇਸ ਤਰ੍ਹਾਂ ਪਾਤਸ਼ਾਹ ਜੀ ਕਹਿ ਰਹੇ ਨੇ, ਸੰਸਾਰ ਵਿੱਚ ਪਰਿਵਾਰਾਂ ਦੇ ਵਿੱਚ ਏਕਤਾ ਨਹੀਂ ਰਹੀ। ਕਿਉਂ ਨਹੀਂ ਰਹੀ? ਕਿਉਂਕਿ ਸਾਡੇ ਤੋਂ ਗੁਰੂ ਦੀ ਬਾਣੀ ਦੂਰ ਹੋ ਗਈ। ਅਸੀਂ ਗੁਰੂ ਦੀ ਬਾਣੀ ਤੋਂ ਦੂਰ ਹੋ ਗਏ, ਨਾ ਗੁਰੂ ਦੀ ਬਾਣੀ ਨੂੰ ਪੜ੍ਹਨ ਨੂੰ ਤਿਆਰ ਹਾਂ, ਕਿਉਂਕਿ ਗੁਰੂ ਦੀ ਬਾਣੀ ਸਾਨੂੰ ਪਿਆਰ ਦਾ ਸੁਨੇਹਾ ਦਿੰਦੀ ਹੈ। ਤੇ ਗੁਰਮੁਖੋ, ਈਰਖਾ ਤਾਂ ਸਾਡੀ ਧਾਰਮਿਕ ਸਥਾਨਾਂ 'ਤੇ ਆ ਕੇ ਵੀ ਖਤਮ ਨਹੀਂ ਹੋਈ। ਜਿਹੜਾ ਗੁਰੂ ਸਾਨੂੰ ਈਰਖਾ ਤੋਂ ਰਹਿਤ ਹੋਣ ਵਾਸਤੇ ਸੁਨੇਹਾ ਦੇ ਰਿਹਾ ਹੈ, ਤੇ ਭਾਗਾਂ ਵਾਲਿਓ ਅਸੀਂ ਗੁਰੂ ਘਰ ਆ ਕੇ ਵੀ ਇੱਕ ਦੂਜੇ ਨਾਲ ਈਰਖਾ ਕਰੀ ਜਾ ਰਹੇ ਹਾਂ। ਸਤਿਗੁਰਾਂ ਦੀ ਬਾਣੀ ਸਾਨੂੰ ਪਿਆਰ ਦਾ ਸੁਨੇਹਾ ਦੇ ਰਹੀ ਹੈ। ਜੇ ਅਸੀਂ ਪਿਆਰ ਦੇ ਨਾਲ ਗੁਰੂ ਦੀ ਬਾਣੀ ਪੜ੍ਹੀ ਤੇ ਭਾਗਾਂ ਵਾਲਿਓ ਸਾਨੂੰ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਪਿਆਰ ਦੇ ਨਾਲ ਰਹਿਣ ਦਾ ਤਰੀਕਾ ਆ ਜਾਵੇਗਾ। ਸਾਨੂੰ ਪਿਆਰ ਦੇ ਨਾਲ ਰਹਿਣ ਦਾ ਸਲੀਕਾ ਆ ਜਾਵੇਗਾ। ਸਾਡੇ ਘਰ ਅੰਦਰ ਤਬਾਕ ਹੋਵੇਗਾ, ਸਾਡੇ ਘਰ ਅੰਦਰ ਏਕਤਾ ਹੋਵੇਗੀ, ਸਾਡੇ ਘਰ ਅੰਦਰ ਭਾਗਾਂ ਵਾਲਿਓ ਪਿਆਰ ਹੋਵੇਗਾ, ਕਿਉਂਕਿ ਗੁਰੂ ਪਿਆਰ ਸਿਖਾਉਂਦਾ ਹੈ। ਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਸੀਂ ਆਉਣਾ ਨਹੀਂ ਚਾਹੁੰਦੇ। ਵੇਖੋ, ਛਾਂ ਹਰ ਇੱਕ ਮਨੁੱਖ ਚਾਹੁੰਦਾ ਹੈ, ਪਰ ਰੁੱਖ ਕੋਈ ਲਗਾਉਣਾ ਨਹੀਂ ਚਾਹੁੰਦਾ। ਦੁੱਧ ਦੀ ਹਰ ਇੱਕ ਨੂੰ ਜ਼ਰੂਰਤ ਹੈ, ਪਰ ਪਸ਼ੂ ਪਾਲਣੇ, ਪਸ਼ੂ ਰੱਖਣੇ ਮਨੁੱਖ ਨੂੰ ਚੰਗੇ ਨਹੀਂ ਲੱਗਦੇ। ਰੱਬ ਸੁੱਖ ਹਰ ਇੱਕ ਮਨੁੱਖ ਚਾਹੁੰਦਾ ਹੈ ਮੈਨੂੰ ਸੁੱਖ ਮਿਲੇ, ਪਰ ਰੱਬ ਜੀ ਦੇ ਨਾਮ ਨੂੰ ਕੋਈ ਧਿਆਉਣਾ ਨਹੀਂ ਚਾਹੁੰਦਾ। ਭਾਗਾਂ ਵਾਲਿਓ, ਸਾਨੂੰ ਬਦਲਣਾ ਪਵੇਗਾ, ਸੋਚ ਬਦਲਣੀ ਪਵੇਗੀ, ਚੰਗੇ ਕੰਮ ਦੁਨੀਆ ਦੇ ਵਿੱਚ ਕਰਨੇ ਪੈਣਗੇ, ਚੰਗਾ ਇਨਸਾਨ ਬਣਨਾ ਪਵੇਗਾ। ਇਸ ਲਈ ਪਾਤਸ਼ਾਹ ਜੀ ਨੇ ਰਹਾਉ ਵਾਲੇ ਬੰਦ ਅੰਦਰ ਬੜੀ ਗਹਿਰੀ ਵਿਚਾਰ ਸਾਨੂੰ ਦੇਣੀ ਕੀਤੀ। ਰਹਾਉ ਤੋਂ ਭਾਵ ਰੁਕਣਾ, ਵਿਚਾਰਨਾ, ਸਮਝਣਾ। ਸਤਿਗੁਰਾਂ ਨੇ ਹੁਣ ਆਰੰਭਤਾ ਵਿੱਚ ਕੀ ਬਖਸ਼ਿਸ਼ ਕੀਤੀ, ਆਓ ਭਾਵਨਾ ਦੇ ਨਾਲ ਸਮਝੀਏ ਜੀ। ਆਪੇ ਸ਼ਬਦ ਆਪੇ ਨਿਸ਼ਾਨ। ਵੇਖੋ, ਸਤਿਗੁਰਾਂ ਨੇ ਕਿੰਨੀਆਂ ਸੋਹਣੀਆਂ ਬਖਸ਼ਿਸ਼ਾਂ ਸਾਡੇ 'ਤੇ ਕੀਤੀਆਂ ਨੇ। ਆਪੇ ਸ਼ਬਦ, ਸ਼ਬਦ ਤੋਂ ਭਾਵ ਸਿਫਤ ਤੋਂ ਸਲਾਹ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਕਹਿੰਦੇ ਹਾਂ, ਭਾਗਾਂ ਵਾਲੇ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸਾਡਾ ਗੁਰੂ ਸ਼ਬਦ ਹੈ, ਸਾਡਾ ਗੁਰੂ ਗਿਆਨ ਹੈ। ਇਸ ਲਈ ਸਤਿਗੁਰੂ ਜੀ ਕਹਿ ਰਹੇ ਨੇ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਆਪੇ ਸ਼ਬਦ ਆਪੇ ਨਿਸ਼ਾਨ। ਸ਼ਬਦ ਤੋਂ ਭਾਵ ਗੁਰੂ ਆਪ ਹੀ ਸਿਫਤ ਤੋਂ ਸਲਾਹ ਹੈ, ਗੁਰੂ ਆਪ ਹੀ ਗਿਆਨ ਦਾ ਸਾਗਰ ਹੈ, ਗੁਰੂ ਆਪ ਹੀ ਕਿਰਪਾਲਤਾ ਦਾ ਘਰ ਹੈ। ਆਪੇ ਨਿਸ਼ਾਨ, ਜਿਸ ਦੇ ਅੰਦਰ ਭਾਗਾਂ ਵਾਲਿਓ ਸਿਫਤ ਤੋਂ ਸਲਾਹ ਆ ਗਈ, ਤੇ ਪਾਤਸ਼ਾਹ ਜੀ ਕਹਿ ਰਹੇ ਨੇ ਆਪੇ ਨਿਸ਼ਾਨ। ਨਿਸ਼ਾਨ ਤੋਂ ਭਾਵ ਗੁਰੂ ਰਾਹਦਾਰੀ ਹੈ, ਗੁਰੂ ਮੰਜ਼ਿਲ ਹੈ। ਗੁਰੂ ਸਾਨੂੰ ਉਹ ਰਸਤਾ ਦਿਖਾ ਰਿਹਾ ਹੈ, ਤੂੰ ਇਸ ਰਸਤੇ 'ਤੇ ਚੱਲਣਾ ਹੈ, ਇਸ ਮੰਜ਼ਿਲ 'ਤੇ ਪਹੁੰਚਣਾ ਹੈ। ਤੇ ਭਾਗਾਂ ਵਾਲਿਓ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੱਚ ਦੇ ਰਸਤੇ 'ਤੇ ਚੱਲੇਗਾ, ਸੱਚ 'ਤੇ ਚੱਲੇਗਾ। ਸੱਚ ਬੋਲਣਾ ਗੁਰੂ ਤੋਂ ਸਿੱਖ ਲਿਆ, ਤੇ ਪਾਤਸ਼ਾਹ ਜੀ ਕਹਿ ਰਹੇ ਨੇ ਦੁਨੀਆ ਵਡਿਆਈ ਕਰੇਗੀ। ਇਸ ਲਈ ਆਪੇ ਸ਼ਬਦ ਆਪੇ ਨਿਸ਼ਾਨ। ਗੁਰੂ ਆਪ ਹੀ ਸਿਫਤੋ ਸਲਾਹ ਹੈ, ਆਪ ਹੀ ਰਾਹਦਾਰੀ ਹੈ, ਆਪ ਹੀ ਪਰਵਾਨਾ ਹੈ ਜੀ। ਆਪੇ ਸੁਰਤਾ ਆਪੇ ਜਾਨ। ਆਪ ਹੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਅਰਦਾਸਾਂ ਨੂੰ ਸੁਣਨ ਵਾਲਾ ਹੈ, ਤੇ ਆਪ ਹੀ ਅੰਦਰ ਦੀਆਂ ਵਿਧਾਂ ਨੂੰ ਜਾਣਨ ਵਾਲਾ ਹੈ। ਜਿਸ ਨੇ ਭਾਵਨਾ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਆ ਕੇ ਜੋਦੜੀ ਕੀਤੀ, ਤੇ ਗੁਰੂ ਗੁਰਮੁਖੋਂ ਬਿਨਾਂ ਬੋਲਿਆਂ ਤੋਂ ਵੀ ਉਹਨਾਂ ਬਾਤਾਂ ਨੂੰ ਜਾਣਦਾ ਹੈ। ਪੰਚਮ ਗੁਰਦੇਵ ਜੀ ਦਾ ਦਰਬਾਰ ਸਜਿਆ ਹੋਇਆ ਹੈ, ਤੇ ਭਾਗਾਂ ਵਾਲਿਓ ਸੰਗਤਾਂ ਲੈਣਾ ਦੇ ਵਿੱਚ ਲੱਗ ਕੇ ਸਤਿਗੁਰਾਂ ਨੂੰ ਨਮਸਕਾਰਾਂ ਕਰ ਰਹੀਆਂ ਨੇ। ਸਤਿਗੁਰਾਂ ਨੂੰ ਕੀਮਤੀ ਮਹਿੰਗੀਆਂ ਭੇਟਾਵਾਂ ਗੁਰੂ ਨੂੰ ਭੇਟਾ ਕਰ ਰਹੀਆਂ ਨੇ। ਇੱਕ ਗਰੀਬੜਾ ਜਿਹਾ ਸਿੱਖ ਪਿੱਛੇ ਖੜਾ ਹੋਇਆ ਹੈ, ਤੇ ਭਾਗਾਂ ਵਾਲਿਓ ਉਸ ਸਿੱਖ ਨੇ ਆਪਣੇ ਹੱਥ ਦੇ ਵਿੱਚ ਇੱਕ ਫੁੱਟੀ ਹੋਈ ਕੌਡੀ ਚੁੱਕੀ ਹੋਈ ਹੈ। ਸਤਿਗੁਰਾਂ ਨੂੰ ਸੰਗਤਾਂ ਕੋਈ ਦਸ਼ਾਲੇ ਭੇਟਾ ਕਰ ਰਿਹਾ ਹੈ, ਕੋਈ ਮੋਹਰਾਂ ਭੇਟਾ ਕਰ ਰਿਹਾ ਹੈ, ਕੋਈ ਕੀਮਤੀ ਜਵਾਹਰਾਤ ਭੇਟਾ ਕਰ ਰਿਹਾ ਹੈ, ਕੋਈ ਹੀਰੇ ਭੇਟਾ ਕਰ ਰਿਹਾ ਹੈ, ਕੋਈ ਸੋਨੇ ਦੀਆਂ ਕਾਠੀਆਂ ਵਾਲੇ ਘੋੜੇ ਗੁਰੂ ਨੂੰ ਭੇਟਾ ਕਰ ਰਿਹਾ ਹੈ। ਤੇ ਭਾਗਾਂ ਵਾਲਿਓ ਇਤਨੀਆਂ ਮਹਿੰਗੀਆਂ ਕੀਮਤੀ ਭੇਟਾਵਾਂ ਗੁਰੂ ਨੂੰ ਚੜ੍ਹ ਰਹੀਆਂ ਨੇ। ਉਸ ਸਿੱਖ ਨੇ ਵੇਖਿਆ, ਸਿੱਖ ਦੀ ਜਦੋਂ ਵਾਰੀ ਆਈ, ਉਸ ਦੇ ਅੱਗੇ 3-4 ਮਨੁੱਖ ਨੇ, ਤੇ ਭਾਗਾਂ ਵਾਲੇ ਇੱਕ ਨੇ ਸਤਿਗੁਰਾਂ ਨੂੰ ਸੋਹਣੇ ਦੁਸਾਲੇ ਭੇਟਾ ਕੀਤੇ, ਤੇ ਉੱਤੇ ਭੇਟਾ ਰੱਖ ਦਿੱਤੇ, ਉੱਤੇ ਮਾਇਆ ਰੱਖ ਦਿੱਤੀ, ਸਿਉਣੇ ਦੀਆਂ ਮੋਹਰਾਂ ਰੱਖ ਦਿੱਤੀਆਂ, ਗੁਰੂ ਨੂੰ ਭੇਟਾ ਕਰ ਦਿੱਤੀਆਂ। ਉਸ ਤੋਂ ਪਿਛਲਾ ਆਇਆ, ਉਸ ਨੇ ਭਾਗਾਂ ਵਾਲਿਓ ਗੁਰੂ ਨੂੰ ਹੀਰੇ ਆਦਿਕ ਭੇਟਾ ਕਰ ਦਿੱਤੇ। ਉਸ ਦੀ ਵਾਰੀ ਆਈ,
ਉਸਨੇ ਸੋਚਿਆ ਜੇ ਮੈਂ ਗੁਰੂ ਨੂੰ ਇਹ ਫੁੱਟੀ ਹੋਈ ਕੌਡੀ ਰੱਖ ਦਿੱਤੀ ਤੇ ਗੁਰੂ ਦੀ ਨਰਾਦਰੀ ਹੋਵੇਗੀ। ਤੇ ਭਾਗਾਂ ਵਾਲਿਓ ਫੁੱਟੀ ਹੋਈ ਕੌਡੀ ਆਪਣੇ ਹੱਥ ਦੇ ਵਿੱਚ ਘੁੱਟ ਲਈ, ਸਤਿਗੁਰਾਂ ਨੂੰ ਖਾਲੀ ਹੱਥ ਮੱਥਾ ਟੇਕ ਦਿੱਤਾ। ਅੱਜ ਵੀ ਅਜੋਕੇ ਸਮੇਂ ਦੇ ਵਿੱਚ ਐਸਾ ਹੈ, ਜਿਸ ਦੇ ਪਾਸ ਛੋਟਾ ਹੋਵੇਗਾ 1 ਰੁਪਿਆ ਹੋਵੇਗਾ ਜਾਂ ਗੁਰਮੁਖੋ ਛੋਟਾ ਨੋਟ ਹੋਵੇਗਾ ਮੁੱਠੀ ਦੇ ਵਿੱਚ ਦਬਾ ਲਵੇਗਾ। ਜੋ ਵੱਡਾ ਨੋਟ 2000 ਦਾ 500 ਦਾ ਕੱਢੇਗਾ ਤੇ ਭਾਗਾਂ ਵਾਲਿਓ ਚੰਗੀ ਤਰ੍ਹਾਂ ਖਿਲਾਰ ਲਵੇਗਾ, ਮੈਂ ਵੱਡਾ ਟੇਕਿਆ। ਸਤਿਗੁਰਾਂ ਦੀ ਗੁਰਮੁਖੋ ਜਦ ਚਰਨਾਂ ਦੇ ਵਿੱਚ ਉਸ ਸਿੱਖ ਨੇ ਮੱਥਾ ਟੇਕਿਆ, ਉਹ ਆਪਣੀ ਕੌਡੀ ਫੁੱਟੀ ਹੋਈ ਕੌਡੀ ਨੂੰ ਮੁੱਠੀ ਦੇ ਵਿੱਚ ਨੱਪ ਲਿਆ, ਸਤਿਗੁਰਾਂ ਨੂੰ ਖਾਲੀ ਹੱਥ ਮੱਥਾ ਟੇਕ ਕੇ ਪਿੱਛੇ ਜਾ ਕੇ ਬੈਠ ਗਿਆ। ਤੇ ਜਦ ਪਿੱਛੇ ਜਾ ਕੇ ਬੈਠਿਆ, ਦੀਵਾਨ ਦੀ ਸਮਾਪਤੀ ਹੋਈ। ਸਮਾਪਤੀ ਤੋਂ ਬਾਅਦ ਸਤਿਗੁਰਾਂ ਨੇ ਵੇਖੋ ਐਸਾ ਕਦੀ ਨਹੀਂ ਕਿਹਾ। ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਗੁਰਦਾਸ ਜੀ ਤੁਸੀਂ ਸੰਗਤਾਂ ਨੂੰ ਪੁੱਛੋ ਕਿਸੇ ਦੀ ਭੇਟਾ ਰਹਿੰਦੀ ਹੋਵੇ ਤੇ ਆ ਕੇ ਭੇਟਾ ਕਰ ਸਕਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਚੱਲੇ ਨੇ। ਤੇ ਗੁਰਮੁਖੋ ਭਾਈ ਗੁਰਦਾਸ ਜੀ ਨੇ ਉਸੇ ਤਰ੍ਹਾਂ ਕਿਹਾ। ਸਤਿਗੁਰਾਂ ਨੇ ਫਿਰ ਕਿਹਾ, ਭਾਈ ਗੁਰਦਾਸ ਜੀ ਫਿਰ ਪੁੱਛੋ। ਤੇ ਗੁਰਮੁਖੋ ਭਾਈ ਗੁਰਦਾਸ ਜੀ ਨੇ ਫਿਰ ਪੁੱਛਿਆ ਤੇ 3 ਵਾਰ ਭਾਈ ਗੁਰਦਾਸ ਜੀ ਨੇ ਪੁੱਛਿਆ। ਚੌਥੀ ਵਾਰ ਮੇਰੇ ਦਾਤਾ ਜੀ ਕਹਿਣ ਲੱਗੇ, ਭਾਈ ਗੁਰਦਾਸ ਜੀ ਭੇਟਾ ਬੜੀ ਕੀਮਤੀ ਹੈ, ਲੱਗਦਾ ਹੈ ਮੈਨੂੰ ਆਪ ਜਾ ਕੇ ਲਿਆਉਣੀ ਪਵੇਗੀ। ਸਤਿਗੁਰੂ ਜੀ ਆਪਣੇ ਸੁਗਾਸਨ ਤੋਂ ਉੱਠੇ। ਸਤਿਗੁਰੂ ਜੀ ਉੱਠ ਕੇ ਜਿੱਥੇ ਉਹ ਗਰੀਬ ਸਿੱਖ ਬੈਠਾ ਸੀ, ਜਿਨ੍ਹਾਂ ਨੇ ਮਹਿੰਗੀਆਂ ਭੇਟਾਵਾਂ ਕੀਤੀਆਂ ਸਨ, ਭਾਗਾਂ ਵਾਲਿਓ ਸੰਗਤ ਵਿੱਚ ਦੱਸਣਾ ਸ਼ੁਰੂ ਕਰ ਦਿੱਤਾ, ਮੈਂ ਜੀ ਤੁਹਾਨੂੰ ਆਹ ਹੀਰੇ ਭੇਟਾ ਕੀਤੇ ਨੇ, ਮੈਂ ਤੁਹਾਨੂੰ ਆਹ ਲਾਲ ਭੇਟਾ ਕੀਤੇ ਨੇ, ਮੈਂ ਤੁਹਾਨੂੰ ਆਹ ਕੀਮਤੀ ਦਸ਼ਾਲੇ ਭੇਟਾ ਕੀਤੇ ਨੇ। ਸੰਗਤ ਦੇ ਵਿੱਚ ਉੱਚੀ ਉੱਚੀ ਬੋਲ ਕੇ ਦੱਸਣ ਲੱਗ ਗਏ। ਤੇ ਜਿਹੜਾ ਸਿੱਖ ਪਿੱਛੇ ਬੈਠਾ ਸੀ ਤੇ ਭਾਗਾਂ ਵਾਲਿਓ ਉਹ ਸਿੱਖ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣ ਰਿਹਾ ਹੈ। ਉਸ ਸਿੱਖ ਨੇ ਭਾਗਾਂ ਵਾਲਿਓ ਸੀਸ ਝੁਕਾਇਆ ਹੋਇਆ ਹੈ, ਗੁਰੂ ਕੇ ਚਰਨਾਂ ਵਿੱਚ ਬੜੇ ਪਿਆਰ ਦੇ ਨਾਲ ਬੈਠਾ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਸਿੱਖ ਦੇ ਪਾਸ ਗਏ। ਉਸ ਸਿੱਖ ਦੇ ਪਾਸ ਜਾ ਕੇ ਬੈਠੇ ਤੇ ਸਤਿਗੁਰਾਂ ਨੇ ਆਪਣੇ ਚੋਲੇ ਦਾ ਜੋ ਚੋਲਾ ਗੁਰੂ ਕੇ ਪਹਿਨਿਆ ਹੋਇਆ ਸੀ ਉਸ ਦਾ ਪੱਲਾ ਸਿੱਖ ਅੱਗੇ ਅਡਨਾ ਕੀਤਾ। ਤੇ ਸਤਿਗੁਰੂ ਜੀ ਕਹਿਣ ਲੱਗੇ, ਜਿਹੜੀ ਤੂੰ ਭੇਟਾ ਲੈ ਕੇ ਆਇਆ ਸਿੱਖਾ, ਇਸ ਮੇਰੀ ਝੋਲੀ ਦੇ ਵਿੱਚ ਪਾ ਦੇ। ਉਹ ਸਿੱਖ ਕਹਿਣ ਲੱਗਾ, ਸਤਿਗੁਰੂ ਜੀ ਸੁਣਿਆ ਸੀ ਤੁਸੀਂ ਗਰੀਬ ਨਵਾਜੋ, ਤੁਸੀਂ ਤੇ ਸੱਚ ਦੇ ਵਿੱਚ ਹੀ ਗਰੀਬਾਂ ਨੂੰ ਨਵਾਜਣ ਵਾਲੇ ਹੋ, ਵੱਡੀਆਂ ਰਹਿਮਤਾਂ ਕਰਨ ਵਾਲੇ ਹੋ, ਗਰੀਬਾਂ ਦੀਆਂ ਸੁਣਨ ਵਾਲੇ ਹੋ। ਤੇ ਸਤਿਗੁਰੂ ਜੀ ਕਹਿਣ ਲੱਗੇ, ਜਿਤਨੀਆਂ ਭੇਟਾਵਾਂ ਦੇਖ ਰਹੇ ਹੋ ਇਹ ਦਿਖਾਵੇ ਮਾਤਰ ਨੇ, ਮੈਂ ਵੱਡੀ ਭੇਟਾ ਕੀਤੀ, ਮੈਂ ਵੱਡੀ ਭੇਟਾ ਕੀਤੀ, ਮੈਂ ਆਹ ਭੇਟਾ ਕੀਤਾ, ਮੈਂ ਉਹ ਭੇਟਾ ਕੀਤਾ। ਪਰ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜੀ ਭੇਟਾ ਤੂੰ ਲੈ ਕੇ ਆਇਆ ਹੈ ਇਹ ਕੀਮਤੀ ਬੜੀ ਹੈ। ਤੇ ਭਾਗਾਂ ਵਾਲੇ ਅੱਜ ਦੇ ਸਮੇਂ ਦੇ ਵਿੱਚ ਵੀ ਕੌਡੀ ਦੀ ਕੋਈ ਕੀਮਤ ਨਹੀਂ ਸੀ, ਪਿਛਲੇ ਸਮੇਂ ਦੇ ਵਿੱਚ ਵੀ ਕੌਡੀ ਦੀ ਕੀਮਤ ਨਹੀਂ ਸੀ। ਪਰ ਪਾਤਸ਼ਾਹ ਜੀ ਕਹਿਣ ਲੱਗੇ, ਇਸ ਕੌਡੀ ਦੀ ਕੀਮਤ ਤਾਂ ਹੈ ਕਿਉਂਕਿ ਇਸ ਦੇ ਵਿੱਚ ਭਾਵਨਾ ਹੈ, ਇਸ ਕੌਡੀ ਦੇ ਵਿੱਚ ਪਿਆਰ ਬੜਾ ਹੈ, ਇਸ ਕੌਡੀ ਦੇ ਅੰਦਰ ਮਿਠਾਸ ਬੜੀ ਹੈ। ਇਸ ਕੌਡੀ ਦੇ ਵਿੱਚ ਮੈਨੂੰ ਸਤਿਗੁਰੂ ਜੀ ਕਹਿ ਰਹੇ ਹਨ, ਤੇਰਾ ਅਕਸ਼ ਦਿਸਦਾ ਹੈ, ਤੇਰਾ ਪਿਆਰ ਦਿਸਦਾ ਹੈ, ਤੇਰੀ ਭੇਟਾਵਾਂ ਦੇ ਵਿੱਚ ਤੇਰੀ ਸਰਦਾ ਦਿਸਦੀ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਇਹ ਤੇਰੀ ਭੇਟਾ ਤਾਂ ਕੀਮਤੀ ਹੈ। ਗੁਰੂ ਕੇ ਚਰਨਾਂ ਤੇ ਢਹਿ ਪਿਆ, ਗੁਰੂ ਨੇ ਛਾਤੀ ਦੇ ਨਾਲ ਲਾਇਆ। ਪਾਤਸ਼ਾਹ ਜੀ ਕਹਿਣ ਲੱਗੇ, ਮੰਗ ਸਿੱਖਾ ਕੀ ਮੰਗਦਾ ਹੈ, ਤੇਰੀ ਗਰੀਬੀ ਕੱਟ ਦਿਆਂ, ਤੇਰੇ ਦੁੱਖ ਕੱਟ ਦਿਆਂ, ਤੈਨੂੰ ਦੁਨੀਆ ਦਾ ਰਾਜਾ ਬਣਾ ਦਿਆਂ। ਤੇ ਸਿੱਖ ਨੇ ਪਤਾ ਕੀ ਮੰਗਿਆ? ਸਿੱਖ ਕਹਿਣ ਲੱਗਾ, ਦਾਤਾ ਜੀ ਮੈਨੂੰ ਸੰਸਾਰ ਦੇ ਵਿੱਚੋਂ ਕੁਝ ਨਹੀਂ ਚਾਹੀਦਾ, ਬਸ ਤੁਹਾਡੇ ਦੀਦਾਰ ਅਤੇ ਰੱਬ ਜੀ ਦਾ ਨਾਮ ਮੇਰੇ ਹਿਰਦੇ ਅੰਦਰ ਵਸ ਜਾਵੇ, ਮੇਰਾ ਇਹ ਜੀਵਨ ਸੰਸਾਰ ਤੇ ਆਉਣਾ ਸਫਲ ਹੋ ਜਾਵੇ। ਤੇ ਭਾਗਾਂ ਵਾਲਿਓ ਜਿਸ ਨੇ ਗੁਰੂ ਮੰਗ ਲਿਆ, ਜਿਸ ਨੇ ਗੁਰੂ ਕਾ ਨਾਮ ਮੰਗ ਲਿਆ, ਤੇ ਸਾਰੇ ਸੁੱਖ ਆਪਣੇ ਆਪ ਇਸ ਦੇ ਝੋਲੀ ਵਿੱਚ ਪੈ ਜਾਂਦੇ ਨੇ। ਇਸ ਲਈ ਆਪੇ ਸੁਰਤਾ ਆਪੇ ਜਾਣ, ਗੁਰੂ ਅੰਦਰ ਦੀਆਂ ਆਪੇ ਜਾਣਨ ਵਾਲਾ ਹੈ, ਆਪ ਹੀ ਗੁਰਮੁਖੋ ਅਰਦਾਸਾਂ ਸੁਣਨ ਵਾਲਾ ਹੈ ਜੀ। ਆਪੇ ਕਰ ਕਰ ਵੇਖੈ ਤਾਨ, ਗੁਰੂ ਆਪ ਹੀ ਗੁਰਮੁਖੋ ਸੰਸਾਰ ਨੂੰ ਪੈਦਾ ਕਰਕੇ, ਸੰਸਾਰ ਨੂੰ ਬਣਾ ਕੇ ਇਸ ਨੂੰ ਚਲਾਉਣ ਵਾਲਾ ਹੀ ਆਪ ਹੈ। ਤੇ ਭਾਗਾਂ ਵਾਲਿਓ ਆਪਣਾ ਤਾਨ ਆਪਣਾ ਬਲ ਇਸ ਸੰਸਾਰ ਅੰਦਰ ਆਪ ਹੀ ਤੱਕ ਰਿਹਾ ਹੈ ਜੀ। ਤੂੰ ਦਾਤਾ ਨਾਮ ਪਰਵਾਨ,
ਜਿਸ ਮਨੁੱਖ ਨੇ ਗੁਰੂ ਕੇ ਚਰਨਾਂ ਵਿੱਚ ਆ ਕੇ ਗੁਰੂ ਕੀ ਸਿੱਖਿਆ ਲੈ ਲਈ ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਤੁਸੀਂ ਦਾਤੇ ਹੋ, ਰਹਿਮਤਾਂ ਦੇ ਸਾਗਰ ਹੋ, ਪ੍ਰਤਪਾਲਣਾ ਕਰਨ ਵਾਲੇ ਹੋ ਤੁਮ ਦਾਤੇ, ਠਾकुर ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਾਮ ਪ੍ਰਵਾਨ ਤੇ ਗੁਰੂ ਕਹਿ ਰਿਹਾ ਹੈ, ਜਿਸ ਨੇ ਤੇਰੇ ਨਾਮ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਿਆ ਉਹ ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ, ਪ੍ਰਵਾਨ ਹੋ ਜਾਂਦਾ ਹੈ। ਪਾਤਸ਼ਾਹ ਜੀ ਰਹਿਮਤ ਕਰਨ। ਰਹਾਉ ਵਾਲੇ ਬੰਦ ਤੱਕ ਕੇਵਲ 4 ਪੰਕਤੀਆਂ ਦੇ ਵਿਚਾਰ ਆਪ ਸੰਗਤਾਂ ਦੇ ਨਾਲ ਗੁਰੂ ਰਹਿਮਤ ਸਦਕਾ